हाँ जी, कंसनट्रेट। स्टैटिक फ्रिक्शन की मैक्सिमम वैल्यू ਨੂੰ बोलते लिमिटिंग स्टैटिक फ्रिक्शन। ध्यान ਨਾਲ सुन लियो गल। कल ਅਸੀਂ स्टैटिक फ्रिक्शन ਕੀਤਾ। स्टैटिक फ्रिक्शन ਉਹ फ्रिक्शन ਸੀ ਜਿਹੜਾ ਦੋ ਬੋਡੀਜ਼ ਦੇ ਸਰਫੇਸਿਸ ਦੇ ਵਿਚਕਾਰ ਪ੍ਰੋਡਿਊਸ ਹੋਇਆ when there is no relative motion। ਹਜੇ ਮੋਸ਼ਨ ਹੋਈ ਨਹੀਂ, ਉਸ ਤੋਂ ਪਹਿਲਾਂ ਹੀ ਫ੍ਰਿਕਸ਼ਨ ਪੈਦਾ ਹੋ ਗਿਆ। ਇੱਕ ਟੇਬਲ ਨੂੰ ਮੈਂ ਧੱਕਾ ਮਾਰ ਰਿਹਾ, ਟੇਬਲ ਹਜੇ ਮੂਵ ਕੀਤਾ ਨਹੀਂ, ਉਹਦੇ ਜਿਹੜੇ ਲੱਤਾਂ ਹੈਗੀਆਂ ਔਰ ਉਹ ਜਿਹੜਾ ਫਲੋਰ ਹੈਗਾ ਸਾਡਾ, ਉਹਦੇ ਵਿਚਕਾਰ ਪਹਿਲਾਂ ਹੀ ਫ੍ਰਿਕਸ਼ਨ ਪ੍ਰੋਡਿਊਸ ਹੋ ਗਿਆ। ਇੱਕ ਬੋਡੀ ਨੂੰ ਹਜੇ ਮੂਵ ਕਰਵਾਇਆ ਨਹੀਂ, ਫ੍ਰਿਕਸ਼ਨ ਪਹਿਲਾਂ ਹੀ ਪ੍ਰੋਡਿਊਸ ਹੋ ਗਿਆ। ਉਸ ਫ੍ਰਿਕਸ਼ਨ ਨੂੰ ਬੋਲਦੇ ਸਟੈਟਿਕ ਫ੍ਰਿਕਸ਼ਨ। ਠੀਕ ਹੈ, ਦਿਸ ਇਜ਼ ਬਿਫੋਰ ਦ ਰਿਲੇਟਿਵ ਮੋਸ਼ਨ। ਇਹ ਰਿਲੇਟਿਵ ਮੋਸ਼ਨ ਤੋਂ ਪਹਿਲਾਂ ਹੁੰਦਾ। ਕੰਮ ਦੀ ਗੱਲ ਸੁਣੋ, ਮੈਂ ਤੁਹਾਨੂੰ ਕੱਲ ਦੋ ਗੱਲਾਂ ਆਖੀਆਂ ਬੜੀਆਂ ਇੰਪੋਰਟੈਂਟ। ਇੱਕ ਤਾਂ ਇਟ ਡਜ਼ ਨਾਟ ਐਗਜ਼ਿਸਟ ਬਾਈ ਇਟਸੈਲਫ, ਇਹ ਕਦੇ ਵੀ ਆਪਣੇ ਆਪ ਐਗਜ਼ਿਸਟ ਨਹੀਂ ਕਰਦਾ। ਠੀਕ ਹੈ, ਇਹ ਕਦੇ ਵੀ ਆਪਣੇ ਆਪ ਐਗਜ਼ਿਸਟ ਨਹੀਂ ਕਰਦਾ। ਡਜ਼ ਨਾਟ ਐਗਜ਼ਿਸਟ ਬਾਈ ਇਟਸੈਲਫ, ਕਦੇ ਵੀ ਆਪਣੇ ਆਪ ਐਗਜ਼ਿਸਟ ਨਹੀਂ ਕਰਦਾ। ਇੱਕ ਕੀ ਹੁੰਦਾ ਆ, ਇੱਕ ਬੇਟੇ ਜਿਹੜਾ ਫ੍ਰਿਕਸ਼ਨ ਹੈਗਾ ਸਾਡੇ ਕੋਲੇ, ਇਹ ਫ੍ਰਿਕਸ਼ਨ ਸੈਲਫ ਐਡਜਸਟਿੰਗ ਫੋਰਸ ਆ। ਇਹਦੇ ਬਾਰੇ ਵੀ ਕੱਲ ਬੜੀ ਡਿਟੇਲ ਚ ਗੱਲ ਕੀਤੀ ਆਪਾਂ। ਸੈਲਫ ਐਡਜਸਟਿੰਗ ਦਾ ਮਤਲਬ ਕੀ ਹੁੰਦਾ, ਕੋਈ ਵੀ ਬੱਚਾ ਦੱਸੇ। ਸੈਲਫ ਐਡਜਸਟਿੰਗ ਫੋਰਸ ਦਾ ਮੀਨਿੰਗ ਕੀ ਆ, ਬੋਲੋ ਬਈ। ਸੈਲਫ ਐਡਜਸਟਿੰਗ ਫੋਰਸ ਕਿਹੜਾ ਹੁੰਦਾ? ਸੌਂਗੇ ਸਾਰੇ। ਪਰ ਆਪਣੇ ਆਪ ਐਡਜਸਟ ਕਰ ਲੈਂਦਾ ਆਪਣੇ ਆਪ ਨੂੰ, ਜਿਹੜਾ ਆਪਣੇ ਆਪ ਨੂੰ ਚੇਂਜ ਕਰ ਲੈਂਦਾ। ਜੇ ਤੁਸੀਂ ਅਪਲਾਈਡ ਫੋਰਸ ਵਧਾ ਦੋਗੇ ਤਾਂ ਇਹ ਫੋਰਸ ਵੱਧ ਜਾਊਗਾ, ਜੇ ਤੁਸੀਂ ਅਪਲਾਈਡ ਫੋਰਸ ਘਟਾ ਦੋਗੇ ਤਾਂ ਇਹ ਫੋਰਸ ਘਟ ਜਾਊਗਾ। ਇਹੀ ਗੱਲ ਕਰੀ ਸੀ ਆਪਾਂ। ਜੇ ਆ ਬੋਡੀ ਆ, ਇਸ ਬੋਡੀ ਤੇ ਜਿਹੜਾ ਅਪਲਾਈਡ ਫੋਰਸ ਕੈਪੀਟਲ ਐਫ ਆ, ਜੇ ਐਫ ਦੀ ਵੈਲਿਊ ਵੱਧ ਗਈ ਤਾਂ ਸਟੈਟਿਕ ਫ੍ਰਿਕਸ਼ਨ ਇੱਥੇ ਦੋਨਾਂ ਦੇ ਵਿਚਕਾਰ ਬੈਕਵਰਡ ਡਾਇਰੈਕਸ਼ਨ ਜਿਹੜਾ ਪ੍ਰੋਡਿਊਸ ਹੋਇਆ ਇਹ ਵੱਧ ਜਾਊਗਾ। ਔਰ ਜੇ ਕੈਪੀਟਲ ਐਫ ਘਟ ਗਿਆ ਤਾਂ ਸਟੈਟਿਕ ਫ੍ਰਿਕਸ਼ਨ ਵੀ ਘਟ ਜਾਊਗਾ। ਕਲੀਅਰ ਹੈ ਗੱਲ? ਇਹ ਸਾਡੀ ਸਟੋਰੀ ਸੀ ਕੱਲ ਦੀ। यानी कि मैं ये गल लिखवाई सी ਤੁਹਾਨੂੰ कि एफ एस इज डायरेक्टली प्रोपोर्शनल टू कैपिटल एफ। ਇਹਦੇ ਰੀਜ਼ਨ ਚ ਲਿਖਵਾਇਆ ਸੀ। ਇਹ ਸਹੀ ਹੈ ਗਲਤ ਆ? ਕਿਉਂ ਬਈ? ਇਹ ਲਿਖਿਆ ਹੋਇਆ, ਇਹ ਲਾਸਟ ਵਾਲੀ ਪ੍ਰੋਪਰਟੀ ਸੀ ਨਾ? ਹਾਂਜੀ, ਇਹ ਲਾਸਟ ਵਾਲੀ ਪ੍ਰੋਪਰਟੀ ਸੀ। ਤਾਂ ਜੇ ਤੁਸੀਂ ਇਹਦਾ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦੇਣਾ ਚਾਹੋ ਤਾਂ ਤੁਸੀਂ ਬੜੀ ਆਸਾਨੀ ਨਾਲ ਦੇ ਸਕਦੇ ਆ। ਇਧਰ ਨੂੰ ਅਪਲਾਈਡ ਫੋਰਸ, ਇਧਰ ਵੱਲ ਨੂੰ ਫੋਰਸ ਆਫ ਫ੍ਰਿਕਸ਼ਨ, ਔਰ ਤੁਹਾਡਾ ਇਹ ਗ੍ਰਾਫ ਇੱਕ ਸਟ੍ਰੇਟ ਲਾਈਨ ਆਊਗਾ। पर यह सिर्फ ते सिर्फ स्टैटिक फ्रिक्शन का ग्राफ आ। एक किहदा ग्राफ आ पुत्रो? स्टैटिक फ्रिक्शन का। बना लो जल्दी। स्टैटिक फ्रिक्शन। ओके, चलो नेक्स्ट। हुण होया की, हुण स्टोरी अगे वधी। मैं उपर वाली बॉडी नूं फोर्स लाउंदा रहा। ठीक है, ਤੇ ਅਪਲਾਈਡ ਫੋਰਸ ਵੱਧਦਾ ਗਿਆ। ਅਪਲਾਈਡ ਫੋਰਸ ਵੱਧਦਾ ਗਿਆ ਤਾਂ ਉਹਦੇ ਨਾਲ ਸਟੈਟਿਕ ਫ੍ਰਿਕਸ਼ਨ ਵੀ ਵੱਧਦਾ ਗਿਆ। ਗੱਲ ਸਮਝ ਆ ਰਹੀ? as the applied force increases then static friction also increases, we already know, ਸਾਨੂੰ ਪਹਿਲਾਂ ਹੀ ਪਤਾ ਆ। ਓਕੇ, ਬਟ ਇੱਕ ਟਾਈਮ ਇਦਾਂ ਦਾ ਆਊਗਾ ਜਿਹੜੇ ਟਾਈਮ ਤੇ ਇਹ ਬੋਡੀ ਜਿਹੜੀ ਆ ਇਹ ਮੂਵ ਕਰਨਾ ਜਸਟ ਸਟਾਰਟ ਕਰ ਦੇਊਗੀ। ਜਦੋਂ ਉੱਪਰ ਵਾਲੀ ਬੋਡੀ ਨੀਚੇ ਵਾਲੀ ਬੋਡੀ ਦੇ ਸਰਫੇਸ ਦੇ ਉੱਤੇ ਮੂਵ ਕਰਨਾ ਜਸਟ ਸ਼ੁਰੂ ਕਰ ਗਈ, ਮਤਲਬ ਹਜੇ ਸ਼ੁਰੂ ਕੀਤਾ ਹੀ ਆ ਮੂਵ ਕਰਨਾ, ਉਸ ਕੰਡੀਸ਼ਨ ਦੇ ਵਿੱਚ ਜਿਹੜਾ ਆਹ ਵਾਲਾ ਫੋਰਸ ਜਿਹਨੂੰ ਆਪਾਂ ਸਟੈਟਿਕ ਫ੍ਰਿਕਸ਼ਨ ਬੋਲਿਆ, ਇਸ ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਮੈਕਸਿਮਮ, ਕਿਉਂਕਿ ਅਪਲਾਈਡ ਫੋਰਸ ਵੀ ਸਾਡਾ ਮੈਕਸਿਮਮ ਹੋ ਜਾਊਗਾ। ਸਾਡਾ ਸਾਰਾ ਜ਼ੋਰ ਲੱਗ ਗਿਆ ਤੇ ਬੋਡੀ ਜਸਟ ਮੂਵ ਕੀਤੀ, ਇਹਦਾ ਮਤਲਬ ਮੂਵ ਕਰਨਾ ਸ਼ੁਰੂ ਕਰ ਗਈ ਨਾ। ਜਦੋਂ ਬੋਡੀ ਮੂਵ ਕਰਨਾ ਸ਼ੁਰੂ ਕਰ ਗਈ ਉਸ ਟਾਈਮ ਤੇ ਜਿਹੜਾ ਫ੍ਰਿਕਸ਼ਨ ਹੁੰਦਾ उस फ्रिक्शन ਨੂੰ बोलते हैं लिमिटिंग स्टैटिक फ्रिक्शन या मैक्सिमम स्टैटिक फ्रिक्शन। केड़ा फ्रिक्शन बोलते पुत्रो? लिमिटिंग स्टैटिक फ्रिक्शन या मैक्सिमम स्टैटिक फ्रिक्शन। और यही साडा अज दा टॉपिक आ। हेडिंग पायो लिमिटिंग स्टैटिक फ्रिक्शन। लिमिटिंग स्टैटिक फ्रिक्शन, यही साडा अज दा टॉपिक, लिमिटिंग स्टैटिक फ्रिक्शन। लिमिटिंग स्टैटिक फ्रिक्शन की है बेटा? लिमिटिंग स्टैटिक फ्रिक्शन जिहड़ा आ, लिमिटिंग स्टैटिक फ्रिक्शन की वैल्यू एक किद्दां फाइंड करांगे? लिख दिओ, इट इज द मैक्सिमम वैल्यू ऑफ स्टैटिक फ्रिक्शन। लिखो शाबाश, शेर बन जाओ। इट इज द मैक्सिमम स्टैटिक फ्रिक्शन। ਇਹ ਸਟੈਟਿਕ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਆ।
It is the maximum static friction. It is the maximum static friction which produces between two surfaces in contact, which produces between two surfaces in contact, दो surfaces, ठीक है, two surfaces in contact, when one body just begin to move, when one body, एक body just begin to move over the surface of the other. एक body दूजी body ਦੇ surface ਤੇ, over the surface of the other. ਇੱਕ body ਦੂਜੀ body ਦੇ surface ਤੇ move ਕਰਦੀ ਆ, when one body just begin to move. ਹੁਣ begin to move ਦਾ ਮਤਲਬ ਇਹਨੂੰ ਅੰਡਰਲਾਈਨ ਕਰ ਲਿਓ, begin to move ਦਾ ਮਤਲਬ move ਕਰਨਾ ਹਜੇ ਸਟਾਰਟ ਕਰਦੀ ਹੈ, ਇਹ ਨਹੀਂ ਵੀ ਲਗਾਤਾਰ ਮੋਸ਼ਨ ਹੋ ਰਹੀ ਹੈ, ਹਜੇ ਜਸਟ ਸਟਾਰਟ ਹੋਇਆ ਮੋਸ਼ਨ, ਤੇ ਜਦੋਂ ਜਸਟ ਸਟਾਰਟ ਹੋਈ ਇਹਦੀ ਮੋਸ਼ਨ, ਉਸ ਟਾਈਮ ਤੇ ਇਹ ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਮੈਕਸਿਮਮ ਹੋਊਗੀ। ਹੁਣ ਇਹ ਇੱਕ ਨੈਚੁਰਲ ਪ੍ਰੋਸੈਸ ਆ, ਇਹਦੇ ਵਿੱਚ ਮੈਂ ਕੋਈ ਆਪ ਨਹੀਂ ਤਿਆਰ ਕਰਿਆ ਕੁਝ ਵੀ, ਧਿਆਨ ਨਾਲ ਸੁਣਿਓ ਗੱਲ ਨੂੰ। ਜਿੱਦਾਂ ਜਿੱਦਾਂ ਮੈਂ ਫੋਰਸ ਵਧਾਉਂਦਾ ਗਿਆ ਉਦੋਂ ਉਦੋਂ ਅਪਲਾਈਡ ਫੋਰਸ ਵੱਧਦਾ ਗਿਆ ਤੇ ਸਟੈਟਿਕ ਫ੍ਰਿਕਸ਼ਨ ਵੀ ਵੱਧਦਾ ਗਿਆ। ਇੱਕ ਲਿਮਿਟ ਆਊਗੀ, ਸਟੈਟਿਕ ਫ੍ਰਿਕਸ਼ਨ ਦਾ ਮਤਲਬ ਰੁਕੀ ਹੋਈ ਬੋਡੀ ਤੇ ਫ੍ਰਿਕਸ਼ਨ, ਠੀਕ ਹੈ। ਇੱਕ ਟਾਈਮ ਇਦਾਂ ਦਾ ਆਊਗਾ ਜਦੋਂ ਅਪਲਾਈਡ ਫੋਰਸ ਦੀ ਵੈਲਿਊ ਇੰਨੀ ਹੋ ਜੂਗੀ ਕਿ ਇਹ ਬੋਡੀ ਜਿਹੜੀ ਹੈਗੀ ਆ ਇਹ ਮੂਵ ਕਰਨਾ ਸ਼ੁਰੂ ਕਰ ਜੂਗੀ। ਤਾਂ ਜਦੋਂ ਇਹ ਬੋਡੀ ਮੂਵ ਕਰਨਾ ਸ਼ੁਰੂ ਕਰ ਦੂਗੀ ਉਸ ਟਾਈਮ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਹੋਊਗੀ। ਕਿਉਂਕਿ ਇਸ ਤੋਂ ਬਾਅਦ ਜਦੋਂ ਬੋਡੀ ਕੰਟੀਨਿਊਸਲੀ ਮੂਵ ਕਰੂਗੀ ਤਾਂ ਇਹ ਫ੍ਰਿਕਸ਼ਨ ਜਿਹੜਾ ਹੈਗਾ ਇਹ ਕਾਈਨੈਟਿਕ ਚ ਕਨਵਰਟ ਹੋ ਜਾਊਗਾ, ਇਹ ਕਾਈਨੈਟਿਕ ਫ੍ਰਿਕਸ਼ਨ ਚ ਕਨਵਰਟ ਹੋ ਜਾਊਗਾ, ਔਰ ਕਾਈਨੈਟਿਕ ਫ੍ਰਿਕਸ਼ਨ ਦੀ ਜਿਹੜੀ ਵੈਲਿਊ ਹੁੰਦੀ ਆ ਉਹ ਸਟੈਟਿਕ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਤੋਂ ਹਮੇਸ਼ਾ ਘੱਟ ਹੁੰਦੀ ਆ। ਯਾਨੀ ਕਿ ਫਿਰ ਫ੍ਰਿਕਸ਼ਨ ਘਟ ਜਾਊਗਾ, ਦੇਸੀ ਲੈਂਗੁਏਜ ਚ ਕਹਾਂ ਤਾਂ ਫਿਰ ਫ੍ਰਿਕਸ਼ਨ ਡਿਕਰੀਜ਼ ਕਰ ਜਾਊਗਾ। ਗੱਲ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਜਦੋਂ ਇੱਥੇ ਆ ਅਪਲਾਈਡ ਫੋਰਸ ਲਗਾਇਆ ਤੇ ਇੱਥੇ ਲਿਖ ਲਿਓ ਜਸਟ ਮੂਵਸ, ਡਾਇਗਰਾਮ ਬਣਾਓ ਔਰ ਇੱਥੇ ਲਿਖ ਲਿਓ ਆ ਜਸਟ ਮੂਵ ਹੋਇਆ, ਆ ਏ ਬੋਡੀ ਆ ਬੀ ਬੋਡੀ ਆ, ਇਹ ਬੋਡੀ ਬੀ ਦੇ ਉੱਪਰ ਜਸਟ ਮੂਵ ਕੀਤੀ। ਜਦੋਂ ਜਸਟ ਮੂਵ ਕੀਤੀ ਤਾਂ ਫ੍ਰਿਕਸ਼ਨ ਜਿਹੜਾ ਆ ਉਹ ਬਦਲ ਕੇ ਕਿਹੜਾ ਹੋ ਗਿਆ? ਲਿਮਿਟਿੰਗ ਸਟੈਟਿਕ ਫ੍ਰਿਕਸ਼ਨ। ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਨੂੰ ਮੈਂ LS ਲਿਖ ਦਿੰਨਾ। ਇਹਨੂੰ ਮੈਕਸਿਮਮ ਸਟੈਟਿਕ ਫ੍ਰਿਕਸ਼ਨ ਵੀ ਕਈ ਬੁੱਕਸ ਦੇ ਵਿੱਚ ਮਿਲੂਗਾ ਤੁਹਾਨੂੰ, ਕਈ ਬੁੱਕਸ ਦੇ ਵਿੱਚ ਤੁਹਾਨੂੰ ਇਹ ਲਿਖਿਆ ਮਿਲੂਗਾ FMS ਮੈਕਸਿਮਮ ਸਟੈਟਿਕ। ਇੱਥੇ ਮੈਂ FLS ਲਿਖਿਆ, ਧਿਆਨ ਨਾਲ ਦੇਖ ਲਿਓ FLS। ਗੱਲ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਇੱਥੇ FLS ਆ। कहानी क्लियर? हाँ ना? गुंगी सैना जवाब दे दो। हाँ जी सर। अच्छा, ਤੁਹਾਨੂੰ ਨਾਮ ਦਿੱਤਾ ਮੈਂ ਨਵਾਂ ਅੱਜ, ਤੁਹਾਨੂੰ ਨਵਾਂ ਨਾਮ ਦਿੱਤਾ ਸਾਡੀ ਗੁੰਗੀ ਸੈਨਾ। ਆਜੋ ਬਈ, ਵਧੀਆ ਨਾ ਨਾਮ? ਪਸੰਦ ਆ ਸਾਰਿਆਂ ਨੂੰ? ਕਨਸੈਂਟਰੇਟ ਹੋ ਜਾਓ। ਹੁਣ ਕਹਾਣੀ ਕੀ ਆ, ਸਟੋਰੀ ਕੋਈ ਹੋਰ ਆ ਐਕਚੁਅਲੀ ਚ। ਸਟੋਰੀ ਕੀ ਆ, ਇਹਦੇ ਵਿੱਚ ਕੁਝ ਗੱਲ ਕਰਨੀ ਹੈ ਮੈਂ ਹਜੇ। ਇਹ ਡਾਇਗਰਾਮ ਨੂੰ ਖਤਮ ਨਾ ਕਰਿਓ, ਠੀਕ ਆ? ਇਸ ਡਾਇਗਰਾਮ ਦੇ ਵਿੱਚ ਕੁਝ ਪ੍ਰੋਪਰਟੀਜ਼ ਦੇ ਵਿੱਚ ਹੀ ਗੱਲ ਲਿਖਾਂਗੇ। ਜੇ ਦੁਬਾਰਾ ਡਾਇਗਰਾਮ ਬਣਾਉਣਾ ਤੁਹਾਡੀ ਮਰਜ਼ੀ ਬਣਾ ਲਿਓ, ਕੋਈ ਚੱਕਰ ਨਹੀਂ। ਆ ਜਾਓ, ਹੁਣ ਇਹਦੀਆਂ ਪ੍ਰੋਪਰਟੀਜ਼ ਲਿਖਾਂਗੇ। ਪ੍ਰੋਪਰਟੀਜ਼ ਆਫ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ, ਇਹਨੂੰ ਲਾਜ਼ ਆਫ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਵੀ ਬੋਲਦੇ ਆ। ਪ੍ਰੋਪਰਟੀਜ਼ ਆਫ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ, ਲਾਜ਼ ਆਫ ਮੈਕਸਿਮਮ ਸਟੈਟਿਕ ਫ੍ਰਿਕਸ਼ਨ, ਕਹਾਣੀ ਇੱਕੋ ਹੀ ਆ, ਗੱਲ ਇੱਕੋ ਹੀ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਤਾਂ ਨੰਬਰ 1 ਪ੍ਰੋਪਰਟੀ ਔਰ ਨੰਬਰ 2 ਪ੍ਰੋਪਰਟੀਜ਼ ਕਾਮਨ ਆ, ਜਿਹੜੀਆਂ ਕੱਲ ਲਿਖਵਾਈਆਂ ਸੀ, ਕਾਪੀ ਮਾਰ ਦਿਓ। ਸ਼ਾਬਾਸ਼, ਸ਼ੇਰ ਬਣ ਜਾਓ। ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ 1 ਨੰਬਰ ਪ੍ਰੋਪਰਟੀ ਸਟੈਟਿਕ ਫ੍ਰਿਕਸ਼ਨ ਦੀ ਕੀ ਲਿਖਵਾਈ ਸੀ? ਦੇਖੋ ਹੈਗਾ ਤਾਂ ਸਟੈਟਿਕ ਹੀ ਆ, ਮੈਨੂੰ ਇਹ ਦੱਸੋ, ਹੈਗਾ ਤਾਂ ਸਟੈਟਿਕ ਹੀ ਆ, ਠੀਕ ਹੈ? ਤਾਂ ਸਟੈਟਿਕ ਵਾਲੀਆਂ ਪਹਿਲੀਆਂ 2 ਪ੍ਰੋਪਰਟੀਜ਼ ਆ ਉਹ ਇਹਦੀਆਂ ਕਾਮਨ ਆ। ਪਹਿਲੀ ਪ੍ਰੋਪਰਟੀ ਕੀ ਸੀ? ਬੋਲਿਓ ਬਈ। ਫਸਟ ਪ੍ਰੋਪਰਟੀ, it produces along the tangent, common tangent of two surfaces, ठीक है?
opposite to the direction of applied force ਤੋਂ ਪੁੱਠੇ ਪਾਸੇ ਨੂੰ common tangent ਦੇ along ਇਹ produce ਹੁੰਦਾ, ਉਹੀ ਗੱਲ ਆ, same ਆ। ਨੰਬਰ 2, it depends upon nature of two surfaces and their ਤਾਂ ਬੇਟਾ property number 1 ਨੰਬਰ 1 ਲਿਖ ਲਈ ਸਾਰਿਆਂ ਨੇ? ਬੋਲਿਆ ਨਹੀਂ ਕੋਈ? यस सर। प्रॉपर्टी नंबर 1 ਤੇ प्रॉपर्टी नंबर 2 ਤੁਸੀਂ ਆਪੇ ਲਿਖਣੀ ਆ। ਦੋਨੋਂ 2 ਨੰਬਰ प्रॉपर्टी ਕੀ ਆ? ਦੋਨੋਂ ਬਾਡੀਜ਼ ਦੇ ਮਟੀਰੀਅਲ ਔਰ ਉਹਨਾਂ ਦੀ ਰਿਲੇਟਿਵ ਰਫਨੈਸ ਕਿਦਾਂ ਦੀ ਆ, ਉਸ ਗੱਲ ਤੇ ਵੀ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ FLS ਡਿਪੈਂਡ ਕਰਦਾ। ਇਹ ਦੋ ਗੱਲਾਂ ਹੋ ਗਈਆਂ, ਠੀਕ ਹੈ ਨਾ? ਓਕੇ, ਅੱਛਾ ਇੱਕ ਗੱਲ ਹੋਰ, ਇਹ ਵੀ ਆਪਣੇ ਆਪ ਐਗਜ਼ਿਸਟ ਨਹੀਂ ਕਰਦਾ, ਇਹ ਗੱਲ ਵੀ ਸਹੀ ਹੈ ਗਲਤ ਆ? ਤੀਸਰੀ ਪ੍ਰੋਪਰਟੀ ਵੀ ਸਹੀ ਆ, ਇਟ ਡਸ ਨਾਟ ਐਗਜ਼ਿਸਟ ਬਾਈ ਇਟਸੈਲਫ, ਇਹ ਆਪਣੇ ਆਪ ਐਗਜ਼ਿਸਟ ਨਹੀਂ ਕਰਦਾ ਬਈ। ਯਾਨੀ ਕਿ ਕਹਿਣ ਦਾ ਮਤਲਬ ਅਪਲਾਈਡ ਫੋਰਸ ਲਗਾਉਂਗੇ ਤਾਂ ਐਗਜ਼ਿਸਟ ਕਰੂਗਾ, ਉਦਾਂ ਨਹੀਂ ਐਗਜ਼ਿਸਟ ਕਰਦਾ। ਤਾਂ ਤੀਜੀ ਪ੍ਰੋਪਰਟੀ ਵੀ ਲਿਖ ਲਓ, ਇਟ ਡਸ ਨਾਟ ਐਗਜ਼ਿਸਟ ਬਾਈ ਇਟਸੈਲਫ, ਇਟ ਡਸ ਨਾਟ ਐਗਜ਼ਿਸਟ ਬਾਈ ਇਟਸੈਲਫ। ਕੱਲ ਮੈਂ ਇਹਦਾ ਰੂਲ ਤੁਹਾਨੂੰ ਰੀਜ਼ਨ ਲਿਖਵਾਇਆ ਹੋਇਆ, ਅੱਜ ਲਿਖਣ ਦੀ ਲੋੜ ਨਹੀਂ। ਤੇ ਚੌਥੀ ਤੇ ਸਭ ਤੋਂ ਇੰਪੋਰਟੈਂਟ ਪ੍ਰੋਪਰਟੀ ਜਿਹੜੀ ਕਿ ਖਾਸ ਆ, ਉਹ ਪ੍ਰੋਪਰਟੀ ਸਟੈਟਿਕ ਫ੍ਰਿਕਸ਼ਨ ਓਬੇ ਨਹੀਂ ਕਰਦਾ, ਉਹ ਲਿਮਿਟਿੰਗ ਸਟੈਟਿਕ ਓਬੇ ਕਰਦਾ। ਏਦਾਂ ਦੀ ਪ੍ਰੋਪਰਟੀ ਜਿਹੜਾ ਸਟੈਟਿਕ ਫ੍ਰਿਕਸ਼ਨ ਓਬੇ ਨਹੀਂ ਕਰਦਾ ਔਰ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਓਬੇ ਕਰਦਾ, ਉਹ ਕਿਹੜੀ ਪ੍ਰੋਪਰਟੀ ਆ ਬੇਟਾ? ਧਿਆਨ ਨਾਲ ਸੁਣ ਲਿਓ। ਕੀ ਹੋਇਆ ਕਿ ਮੰਨ ਲਓ ਉੱਪਰ ਵਾਲੀ ਬਾਡੀ ਆ, ਉਹਦਾ weight ਆ ਨੀਚੇ ਵੱਲ ਨੂੰ mg, ਯਾਨੀ ਕਿ mg ਨਾ ਵੀ ਮੰਨੋਗੇ ਤਾਂ ਵੀ ਕੋਈ ਦਿੱਕਤ ਨਹੀਂ। ਉੱਪਰ ਵੱਲ ਨੂੰ ਇਹਦੇ ਨਾਰਮਲ ਰਿਐਕਸ਼ਨ ਲੱਗਦੀ ਆ r, ਇੱਥੇ ਕਿੰਨੀ ਰਿਐਕਸ਼ਨ ਲੱਗਦੀ ਹੈ ਇਸ ਥਾਂ ਤੇ? ਆ ਜਿੱਥੇ ਇਹ ਬਾਡੀ ਪਈ ਆ, ਇਸ ਸਰਫੇਸ ਨੇ ਉੱਪਰ ਵੱਲ ਨੂੰ ਨਾਰਮਲ ਰਿਐਕਸ਼ਨ ਲਾਈ r, ਕਿਉਂ ਵੀ ਨਾਰਮਲ ਰਿਐਕਸ਼ਨ ਜਾਣਦੇ ਸਾਰੇ ਦੇ ਸਾਰੇ? यस सर। ਹਾਂਜੀ ਸਰ। ਨਾਰਮਲ ਰਿਐਕਸ਼ਨ ਜਾਣਦੇ ਨਾ ਸਾਰੇ ਦੇ ਸਾਰੇ? ਇੱਕ ਬਾਡੀ ਜਿਹੜੀ ਆ, ਉਹ ਬਾਡੀ ਜਦੋਂ ਕਿਸੇ ਸਰਫੇਸ ਤੇ ਪਈ ਹੋਵੇ ਤਾਂ ਐਕਸ਼ਨ ਥੱਲੇ ਨੂੰ ਹੁੰਦਾ ਉਹਦਾ weight ਦੇ ਬਰਾਬਰ, ਔਰ ਨਾਰਮਲ ਰਿਐਕਸ਼ਨ ਉੱਪਰ ਵੱਲ ਨੂੰ ਹੁੰਦੀ ਆ r। ਤਾਂ ਕੋਈ ਜ਼ਰੂਰੀ ਨਹੀਂ ਵੀ ਹਮੇਸ਼ਾ ਨਾਰਮਲ ਰਿਐਕਸ਼ਨ weight ਦੇ ਬਰਾਬਰ ਹੀ ਹੋਵੇ, ਕਈ ਕੇਸਿਸ 'ਚ weight ਤੋਂ ਵੱਧ ਘੱਟ ਵੀ ਹੋ ਜਾਂਦੀ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਫਿਲਹਾਲ ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਇਹ ਕਰ ਰਿਹਾ ਵੀ ਮੈਂ ਨਾਰਮਲ ਰਿਐਕਸ਼ਨ ਲਾਤੀ ਇਸ ਬਾਡੀ ਤੇ। ਤਾਂ ਚੌਥੀ ਪ੍ਰੋਪਰਟੀ ਸਾਨੂੰ ਇਹ ਬੋਲਦੀ ਆ, ਉਹ ਕਹਿੰਦੀ ਆ ਕਿ ਜਿਹੜਾ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਆ, ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਨਾਰਮਲ ਰਿਐਕਸ਼ਨ। ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਨਾਰਮਲ ਰਿਐਕਸ਼ਨ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ ਥਿੰਗ। ਇਹ ਤੋਂ ਤੁਹਾਨੂੰ ਫਾਰਮੂਲਾ ਮਿਲੂਗਾ ਇੱਕ, ਲਿਖਿਓ ਚੌਥੀ ਪ੍ਰੋਪਰਟੀ ਲਿਖਿਓ, ਦ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ। ਚੌਥੀ ਪ੍ਰੋਪਰਟੀ ਲਿਖਿਓ, ਦ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ is directly proportional to, jaldi likho, the limiting static friction is directly proportional to normal reaction. Limiting static friction is directly proportional to normal reaction, यानी कि मैं लिखा FLS is directly proportional to R. This is very important thing. ਹੁਣ ਜਦੋਂ ਮੈਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਵਾਂ, ਪ੍ਰੋਪੋਰਸ਼ਨੈਲਿਟੀ ਦਾ ਇੱਥੋਂ ਸਾਈਨ ਹਟਾਵਾਂ ਤਾਂ ਇੱਕ ਕਾਂਸਟੈਂਟ ਲੱਗਦਾ, ਐਂਡ that constant is equal to mu s। mu ਦੇ ਪੈਰ 'ਚ s ਪਾ ਲਿਓ, mu, u ਦੀਆਂ ਦੋ ਪੁੱਛਾਂ ਲਾ ਦੋ ਬਣ ਜਾਂਦਾ mu, u ਦੀਆਂ ਦੋ ਪੁੱਛਾਂ ਲਾ ਦੋ ਕੀ ਬਣ ਜਾਂਦਾ? mu, mu s into r। ਇਹ ਸਾਡਾ ਬੜਾ ਇੰਪੋਰਟੈਂਟ ਫਾਰਮੂਲਾ, ਇਕੁਏਸ਼ਨ ਨੰਬਰ 1 ਪਾ ਦਿਓ, ਐਂਡ ਇਟ ਇਜ਼ ਵੈਰੀ ਇੰਪੋਰਟੈਂਟ। ਡਾਇਗਰਾਮ ਦੇ ਵਿੱਚ ਨਾਰਮਲ ਰਿਐਕਸ਼ਨ ਸ਼ੋ ਕਰ ਦਿਓ। ਓਕੇ, ਇਹ ਫਾਰਮੂਲਾ ਬਣ ਗਿਆ। ਇੱਥੇ ਮਿਊ ਐਸ ਕੌਣ ਆ ਉਹ ਸੁਣੋ। ਹੇਅਰ ਇਸ ਫਾਰਮੂਲੇ ਦੇ ਕੋਲ ਹੀ ਲਿਖਣਾ, ਇਹਨੂੰ ਮਿਊ ਐਸ ਨੂੰ ਬੋਲਦੇ ਆ, is called as coefficient of static friction। ਇਹਨੂੰ ਕੀ ਬੋਲਦੇ ਆ? ਇਹਨੂੰ ਬੋਲਦੇ ਕੋਐਫੀਸ਼ੀਐਂਟ ਆਫ ਸਟੈਟਿਕ ਫ੍ਰਿਕਸ਼ਨ। ਬੇਟੇ ਇਹ ਸਟੈਟਿਕ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਆ। ਹੁਣ ਫਿਰ ਉਹੀ ਕਹਾਣੀ ਵੀ ਸਟੈਟਿਕ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਕੰਮ ਕੀ ਕਰਦਾ?
देखो ये हुंदा जिहड़ा एक कांस्टेंट आ जिहड़ा कि इन्हां दोनों सरफेसिस दे विचकार आ इत्थे इन्हां दोनों सरफेसिस दे विचकार रफनेस ते डिपेंड करदा उन्हां दे मटीरियल ते डिपेंड करदा तां जिहड़ा मटीरियल ते रफनेस दी वैल्यू ते डिपेंड करदा ਉਹਨੂੰ बोलते स्टैटिक फ्रिक्शन म्यू एस। मेरी गल समझ आ रही? जे म्यू की वैल्यू ज्यादा तो फ्रिक्शन ज्यादा, जे म्यू की वैल्यू घट तो फ्रिक्शन फिर घट हुंदा। बस ये गल पल्ले बन लियो भी जे कोएफिशिएंट ऑफ फ्रिक्शन ज्यादा किसी भी बॉडी दो सरफेसिस दे विचकार, जे कोएफिशिएंट ऑफ फ्रिक्शन ज्यादा तो उत्थे फ्रिक्शन की वैल्यू भी ज्यादा होगी, जे कोएफिशिएंट की वैल्यू घट आ तो फ्रिक्शन भी घट होगा। ठीक है, जमा सीधी साहब, बिल्कुल सीधी गल है। The mu s is called as coefficient of static friction. लिख सकते थे its value depends upon nature of material and their relative roughness. Its value depends upon nature of its value depends upon nature of its value depends upon nature of material of two surfaces, nature of material of two surfaces and their relative roughness, nature of material of two surfaces and their relative roughness। ये बेटा साडे कोल स्टैटिक फ्रिक्शन दी स्टोरी है, मैनू पूरी उम्मीद आ कि तुहानू समझ आ गया। इस तो बाद लिमिटिंग स्टैटिक सी सारा लिमिटिंग स्टैटिक फ्रिक्शन तो बाद लिमिटिंग स्टैटिक की गल हुई आ, फोर्स अप्लाई कीता, बॉडी जस्ट मूव करना शुरू की है, ते जदों बॉडी जस्ट मूव करना शुरू की है उस टाइम ते जो लिमिटिंग स्टैटिक फ्रिक्शन मैक्सिमम सी, स्टैटिक फ्रिक्शन मैक्सिमम सी और ये स्टैटिक फ्रिक्शन नॉर्मल रिएक्शन दे डायरेक्टली प्रोपोर्शनल सी। और इत्थों मैं एक फार्मूला फाइंड किया FLS इज इक्वल टू MUSR। ये फार्मूला स्टैटिक फ्रिक्शन ते अप्लाई नहीं हुंदा, ये लिमिटिंग स्टैटिक फ्रिक्शन ते अप्लाई हुंदा। आपां नूं जे कोई सवाल आ जाए आपां किद्दां करना ਇਹਦੇ बारे भी आपां गलबात करांगे। ठीक है, इस तो पहला मैं लिखाऊंगा तुहानूं काइनेटिक फ्रिक्शन। हुण इस गल नूं खास ख्याल रखियो। ठीक है, अगला मेरे कोले नैक्सट जिहड़ा टाइप आ इहदा फ्रिक्शन दा वो लिखियो काइनेटिक फ्रिक्शन। किहड़ा फ्रिक्शन है बेटा? काइनेटिक। हुण काइनेटिक फ्रिक्शन च की हुंदा? काइनेटिक फ्रिक्शन च बॉडी मूव करना शुरू कर दिंदी है। काइनेटिक फ्रिक्शन दे विच बॉडी मूव करना शुरू कर दिंदी है, एक बॉडी दूजे दे उपर मूव कर रही हुंदी है। ठीक है, तो नवा फ्रिक्शन लिखियो काइनेटिक फ्रिक्शन। फ्रिक्शन दी वैल्यू लिखो फ्रिक्शन, काइनेटिक फ्रिक्शन, हेडिंग पा लो। तो काइनेटिक फ्रिक्शन की है? एक इदां दा फ्रिक्शन या अपोजिंग फोर्स which produces between two surfaces in contact when one body moves over the surface of the other। क्लियर है? लिख दो ये गल, लिख दो ये गल। इट इज द अपोजिंग फोर्स, इट इज द अपोजिंग फोर्स produced between two surfaces in contact, produced between two surfaces in contact, produced between two surfaces in contact when की उत्थे relative motion हो रही होवे, when one body moves over the surface of other। ਜਦੋਂ ਇੱਕ ਬੋਡੀ ਦੂਜੀ ਬੋਡੀ ਦੇ ਸਰਫੇਸ ਦੇ ਉੱਤੇ ਮੂਵ ਕਰ ਰਹੀ ਹੋਵੇ, when one body moves over the surface of other, ਜਦੋਂ ਇੱਕ ਬੋਡੀ ਦੂਜੀ ਬੋਡੀ ਦੇ ਸਰਫੇਸ ਤੇ ਮੂਵ ਕਰ ਰਹੀ ਹੋਵੇ, ਜਦੋਂ ਇੱਕ ਬੋਡੀ ਦੂਜੀ ਬੋਡੀ ਦੇ ਸਰਫੇਸ ਤੇ ਮੂਵ ਕਰ ਰਹੀ ਹੋਵੇ ਤੇ ਮੈਂ ਬੋਲੂੰਗਾ ਵੀ ਕੀ ਹੋ ਰਿਹਾ ਇੱਥੇ? ਇੱਥੇ फ्रिक्शन प्रोड्यूस हो रहा है और उस फ्रिक्शन केड़ा हो रहा? काइनेटिक फ्रिक्शन। मतलब इट प्रोड्यूसेस ड्यूरिंग द रिलेटिव मोशन ऑफ टू बॉडीज, दोनों बॉडीज दी रिलेटिव मोशन हो रही है
ਤਾਂ ਮੈਂ ਇੱਥੇ ਲਿਖੂੰਗਾ ਮੋਸ਼ਨ, ਇੱਧਰ ਵੱਲ ਨੂੰ ਕੀ ਹੋ ਰਹੀ ਆ, ਮੋਸ਼ਨ। ਡਾਇਗਰਾਮ ਤੁਸੀਂ ਦੁਬਾਰਾ ਬਣਾਉਣਾ, ਮੈਂ ਐਸੇ ਜੀ ਸੈਟਿੰਗ ਕਰ ਦੇਣੀ ਆ। ਐਜ ਪਰ ਫ੍ਰਿਕਸ਼ਨ ਦੀ ਨੇਚਰ ਬਦਲ ਗਈ। A ਬੋਡੀ ਤੇ ਮੈਂ ਫੋਰਸ ਲਗਾਇਆ, B ਬੋਡੀ ਦੇ ਉੱਪਰੋਂ ਮੂਵ ਕਰ ਰਹੀ ਆ, ਮੋਸ਼ਨ ਹੋ ਰਹੀ ਆ। ਇੱਥੇ ਲਿਖਣਾ, ਪਹਿਲੀ ਵਾਰ ਲਿਖਿਆ ਸੀ ਰੈਸਟ ਦੇ ਵਿੱਚ ਆ, ਦੂਜੀ ਵਾਰ ਲਿਖਿਆ ਸੀ ਜਸਟ ਮੂਵ, ਹੁਣ ਲਿਖ ਲਓ ਮੋਸ਼ਨ ਹੋ ਰਹੀ ਆ। ਤਾਂ ਆ ਫ੍ਰਿਕਸ਼ਨ ਜਿਹੜਾ ਇਹਨੂੰ ਲਿਖ ਲਓ FK। ਕਿਹੜਾ ਫ੍ਰਿਕਸ਼ਨ ਆਇਆ ਇਹ, FK means kinetic friction, FK। शाबाश, ये काइनेटिक फ्रिक्शन है। काइनेटिक फ्रिक्शन दी प्रॉपर्टीज लिखांगे। काइनेटिक फ्रिक्शन दी प्रॉपर्टीज लिखांगे। काइनेटिक फ्रिक्शन दी प्रॉपर्टीज, खास प्रॉपर्टी दी की आ, पहली ते दूजी ओही कॉमन आ जिहड़ियां पहलां सीगियां। कॉमन प्रॉपर्टीज आ जिहड़ियां पिछली बार लिखियां सी, लिख दो, शेयर बन जाओ जल्दी से। पहली ते दूजी प्रॉपर्टीज मैं पहला भी बोलिया सी तुहानूं भी फर्स्ट एंड सैकेंड प्रॉपर्टीज आर कॉमन, इन्हां प्रॉपर्टीज दा कोई फर्क नहीं। जल्दी लिखो। हाँ जी, दोनों प्रॉपर्टीज लिखती हैं। एक तो टाइम बहुत लाउंदे। देखियो बेटा, तीसरी प्रॉपर्टी, थर्ड प्रॉपर्टी साडी की कहती है। थर्ड प्रॉपर्टी वही है जिहड़ी मैं अगे लिखवाई सी। लिखियो, काइनेटिक फ्रिक्शन इज डायरेक्टली प्रोपोर्शनल टू नॉर्मल रिएक्शन। काइनेटिक फ्रिक्शन is directly proportional to normal reaction. Kinetic friction normal reaction दे directly proportional हुंदा है। Kinetic friction is directly proportional to normal reaction। हाँ जी, कर लिया नोट। Kinetic friction है साडा FK। Kinetic friction है FK, directly proportional to normal reaction R। आ डायग्राम सबने बनाया होगा। तो जदों मैं प्रोपोर्शनैलिटी का साइन हटाऊंगा तो मेरे को आ जाऊगा एद की बार इक्वल टू म्यू के, अगे म्यू एस आया सी, म्यू के आर, इत्थे फिर म्यू के डिफाइन करना पऊगा। म्यू के की आ, देखो म्यू एस मैं पहला तो लिखा हुआ साफ नहीं किया अजे। म्यू एस सीगा कोफिशिएंट ऑफ स्टैटिक फ्रिक्शन, तो म्यू के की आ, कोफिशिएंट ऑफ काइनेटिक फ्रिक्शन। लिख दो हियर म्यू के इज कोफिशिएंट ऑफ काइनेटिक फ्रिक्शन। म्यू के इज कोफिशिएंट ऑफ काइनेटिक फ्रिक्शन। म्यू के काइनेटिक फ्रिक्शन का कोफिशिएंट है, कुछ शक किसी नूं? No sir। ओके, इट इज वेरी इंपॉर्टेंट, बहुत इंपॉर्टेंट। तो बेटा ये तीन प्रॉपर्टी साडे कोले नॉर्मल हो गई। एक प्रॉपर्टी एडिशनल होर लिखते हैं आप, सुनियो की होया। जिहड़ा काइनेटिक फ्रिक्शन आ, ये काइनेटिक फ्रिक्शन हमेशा याद रखियो, काइनेटिक फ्रिक्शन स्टैटिक फ्रिक्शन दी लिमिटिंग वैल्यू तो हमेशा घट हुंदा, यानी कि FLS तो हमेशा छोटा हुंदा काइनेटिक फ्रिक्शन। नंबर दो, कोई दो बॉडीज आ, मान लो एक टायर आ रबड़ दे और एक रोड आ, तो जदों गड्डी रुकी हुई आ उदों फ्रिक्शन कोई होर होऊगा, तो जदों मूव कर रही है उदों फ्रिक्शन कोई होर होऊगा। मेरे कहने का मतलब समझियो, स्टैटिक फ्रिक्शन का कोफिशिएंट कोई होर हुंदा और काइनेटिक फ्रिक्शन का कोफिशिएंट उन्हीं सरफेसिस वास्ते कोई होर हुंदा। दोनों कोफिशिएंट अलग अलग हुंदे आ। जदों बॉडी मूव कर रही है उदों काइनेटिक फ्रिक्शन इन्वॉल्व करवा देना, जदों बॉडी मूव नहीं कर रही उदों स्टैटिक फ्रिक्शन की इन्वॉल्वमेंट होगी। किते भी तुसीं फ्रिक्शन की वैल्यू फाइंड करनी है
ठीक है, तो तुसी कोफिशिएंट का खास ख्याल रखना भी ये काइनेटिक लाउना कि स्टैटिक लाउना। दूसरी गल आपां लिखांगे प्रॉपर्टी नंबर 4। 4 नंबर प्रॉपर्टी मैनू की कहंदी है? 4 नंबर प्रॉपर्टी मैनू की कहंदी है? ध्यान नाल सुन लो। 4 नंबर प्रॉपर्टी सानू बोलदी आ कि जेड़ा एफ के आ इट इज ऑलवेज लेस देन और इक्वल टू एफ एल एस। एफ एल एस सब तो वड्डा हुंदा, एफ एल एस सब तो वड्डा हुंदा और एफ के यानी कि काइनेटिक फ्रिक्शन एक बार तो उहदे बराबर भी हो जाता पर उस तो बाद फिर कंटिन्यू होकर डाउन आ जाता। जो मोशन कंटिन्यू हो जाती ना फिर एक घट जाता। समझ आ रही गल कि नहीं आ रही? अच्छा एक गल होर, ਇਹਦੇ ਵਿੱਚ ਕੀ ਆ कि मैं एक ग्राफिकल रिप्रेजेंटेशन देना ਤੁਹਾਨੂੰ। लिखियो ग्राफिकल रिप्रेजेंटेशन देना, मैं ग्राफ बनाना मतलब जिस सारे फ्रिक्शन आ जाना, अप्लाइड फोर्स ये वो सारे आ जाने। तो ग्राफिकल रिप्रेजेंटेशन देखियो, ये ग्राफ कई बार पेपर च पूछ लिया जाता। इधर नूं अप्लाइड फोर्स कैपिटल एफ, उपर वाल नूं फ्रिक्शन, फ्रिक्शन भी एक फोर्स आ, ये फ्रिक्शन की अलग अलग नेचर आ। सानू पता भी स्टैटिक फ्रिक्शन डायरैक्टली प्रोपोर्शनल सी, ਇਹਦਾ मतलब आ स्ट्रेट लाइन आनी है। यह हैगा साडा स्टैटिक फ्रिक्शन एफ एस, क्योंकि अप्लाइड फोर्स दे डायरैक्टली प्रोपोर्शनल सी। मैं पहला भी ग्राफ बनवाया सी। फिर जिथे बॉडी जस्ट मूव कर गई उत्थे जाके दी वैल्यू मैक्सिमम होगी, इस तो बड़ी नहीं हो सकती। ये आ गया लिमिटिंग स्टैटिक। फिर मूव करन लगी बॉडी तो फ्रिक्शन घट गया, डाउन आ गया, तो फिर उस तो बाद एक कांस्टेंट हो गया। यानी कि जो लगातार बॉडी कांस्टेंट स्पीड ते मूव करन लगी तो फ्रिक्शन जिहड़ा कांस्टेंट हो गया और उन्होंने बोलते काइनेटिक फ्रिक्शन। इत्थों तक सी एफ एस, आ हो गया एफ एल एस, ये हो गया एफ एल एस यानी कि स्टैटिक फ्रिक्शन की मैक्सिमम वैल्यू, स्टैटिक फ्रिक्शन की मैक्सिमम वैल्यू। आ एफ एस, आ एफ एल एस और आ हो गया तुहाडा एफ के यानी कि काइनेटिक फ्रिक्शन। तो 3 टाइप के फ्रिक्शन जिहड़े हैगे आ वो एक ही ग्राफ दे विच असीं रिप्रेजेंट कर सकते हैं। कोई शक किसी नूं? नो सर। ठीक है प्यारे बच्चों, ये साडे कोल काइनेटिक फ्रिक्शन दी प्रॉपर्टी सी, काइनेटिक फ्रिक्शन दी सारी कहानी सी। इस तो बाद हुण काइनेटिक फ्रिक्शन दे फर्दर, काइनेटिक फ्रिक्शन फर्दर किन्ने तरह दा आ इहदे बारे भी आपां तुहानूं दसना। काइनेटिक फ्रिक्शन फर्दर बेटा किन्ने तरह दा? 2 टाइप दा। किन्ने टाइप दा पुत्रो? काइनेटिक फ्रिक्शन फर्दर 2 तरह दा आ। लिख लियो ये गल, लिख दिओ। नवी लाइन तो एरो ला के लिखियो, काइनेटिक फ्रिक्शन इज ऑफ 2 टाइप्स। काइनेटिक फ्रिक्शन इज ऑफ 2 टाइप्स। काइनेटिक फ्रिक्शन 2 तरह दा। काइनेटिक फ्रिक्शन is of 2 types. किहड़े टाइप? नंबर 1 पहला है स्लाइडिंग फ्रिक्शन। किहड़ा फ्रिक्शन है पुत्रो? पहला है स्लाइडिंग फ्रिक्शन। स्लाइडिंग फ्रिक्शन की हुंदा? स्लाइडिंग फ्रिक्शन एक इदां दा फ्रिक्शन है जिहदे विच एक बॉडी दूजी दे उपर मूव करदी जा रही है पर मोशन किहड़ी हो रही है? स्लाइडिंग मोशन हो रही है। ठीक है, उन्होंने बोलते स्लाइडिंग फ्रिक्शन। एग्जाम्पल के तौर पर जिद्दां मेरे कोले आ एक बॉडी आ, इहदे उपर मैं दूसरी बॉडी नूं मूव कराउणा। हुण जिहड़ा इत्थे फ्रिक्शन प्रोड्यूस हो रहा दोनों दे विचकार, इन्हां दोनों सरफेसिस दे विचकार इत्थे जिहड़ा फ्रिक्शन प्रोड्यूस हो रहा वो फ्रिक्शन स्लाइडिंग फ्रिक्शन आ।
बिकॉज वन बॉडी स्लाइड्स ओवर द सरफेस ऑफ अदर। समझ आ रही गल? तो लिख दो ये गल, लिख दो द काइनेटिक फ्रिक्शन, द फ्रिक्शन ही लिख लो, द फ्रिक्शनल फोर्स produces, the frictional force produces between two surfaces in contact, the frictional force produces between the two surfaces in contact when one body, ਹੁਣ ਜਿੱਥੇ moves ਲਿਖਦੇ ਸੀ moves, ਉੱਥੇ ਲਿਖ ਦੋ slides, when one body slides over the surface of other, over the surface of other, ਜਦੋਂ ਇੱਕ body ਦੂਜੀ body ਦੇ surface ਤੇ move ਕਰਦੀ ਹੈ, one body moves over the, move ਦੀ ਥਾਂ ਤੇ ਕੀ ਲਿਖਤਾ ਆਪਾਂ ਇੱਥੇ, one body slides over the surface of other, slides ਨੂੰ ਅੰਡਰਲਾਈਨ ਕਰ ਦਿਓ। ਜਦੋਂ ਇੱਕ body ਦੂਜੀ body ਦੇ surface ਤੇ slide ਕਰਦੀ ਆ, ਉਦੋਂ ਜਿਹੜਾ friction produce ਹੁੰਦਾ ਉਹਨੂੰ ਬੋਲੂੰਗਾ ਮੈਂ sliding friction। ਸਲਾਈਡਿੰਗ ਫ੍ਰਿਕਸ਼ਨ ਕਾਈਨੈਟਿਕ ਫ੍ਰਿਕਸ਼ਨ ਦੇ ਸਾਰੇ ਰੂਲ ਓਬੇ ਕਰਦਾ। ਜਿਹੜਾ ਅਸੀਂ ਜਸਟ ਹੁਣੇ ਪੜ੍ਹ ਕੇ ਆਏ ਆ ਉਹ ਸਲਾਈਡਿੰਗ ਸੀ, ਜਿਹੜਾ ਅਸੀਂ ਹੁਣੇ ਪੜ੍ਹ ਕੇ ਆਏ ਆ ਉਹ ਕਿਹੜਾ ਫ੍ਰਿਕਸ਼ਨ ਸੀ ਪੁੱਤਰੋ? ਉਹ ਸਲਾਈਡਿੰਗ ਫ੍ਰਿਕਸ਼ਨ ਸੀ। ਇਸ ਤੋਂ ਬਾਅਦ ਆਉਂਦਾ ਰੋਲਿੰਗ ਫ੍ਰਿਕਸ਼ਨ। ਦੂਜਾ ਲਿਖੋ ਰੋਲਿੰਗ ਫ੍ਰਿਕਸ਼ਨ। ਤਾਂ ਰੋਲਿੰਗ ਫ੍ਰਿਕਸ਼ਨ ਕਿਹੜਾ ਆ? ਇੱਥੇ ਮੈਂ ਰੋਲਿੰਗ ਲਿਖ ਦਿੰਦਾ, ਰੋਲਿੰਗ ਫ੍ਰਿਕਸ਼ਨ ਚ ਕੀ ਆ? ਇਹਦੇ ਵਿੱਚ ਸਲਾਈਡਸ ਦੀ ਥਾਂ ਤੇ ਕੀ ਲਿਖ ਦੋ ਇੱਥੇ? ਬਾਕੀ ਸਾਰੀ ਡੈਫੀਨੇਸ਼ਨ ਸੇਮ ਆ। ਸਲਾਈਡਸ ਦੀ ਥਾਂ ਤੇ ਮੈਂ ਲਿਖਤਾ ਰੋਲਸ। ਜਦੋਂ ਇੱਕ ਬਾਡੀ ਦੂਜੀ ਬਾਡੀ ਦੇ ਸਰਫੇਸ ਤੇ ਰੋਲ ਕਰਦੀ ਆ ਤਾਂ ਰੋਲ ਕਰਦੇ ਹੋਏ ਜਾਂਦੀ ਆਹ ਵਾਲੀ ਚੀਜ਼, ਠੀਕ ਹੈ, ਆ ਰੋਲ ਕਰ ਰਹੀ ਹੈ ਤਾਂ ਰੋਲਿੰਗ ਮੋਸ਼ਨ ਹੋ ਰਹੀ ਜਦੋਂ, ਉਸ ਕੰਡੀਸ਼ਨ ਚ ਜਿਹੜਾ ਫ੍ਰਿਕਸ਼ਨ ਹੁੰਦਾ ਉਹਨੂੰ ਬੋਲਦੇ ਅਸੀਂ ਰੋਲਿੰਗ ਫ੍ਰਿਕਸ਼ਨ। ਔਰ ਤੁਹਾਡੇ ਨੌਲੇਜ ਵਾਸਤੇ ਦੱਸਦਾ कि rolling friction is too much less than sliding friction। rolling friction sliding friction तो बहुत ही छोटा हुंदा। नोट कर ली डेफिनेशन? rolling friction ਦੇ ਵਿੱਚ ਥੋੜੀ ਜਿਹੀ ਸਟੋਰੀ ਜਿਹੜੀ ਆ ਉਹ ਅਲੱਗ ਆ। ਰੋਲਿੰਗ ਫ੍ਰਿਕਸ਼ਨ ਦੀ ਸਟੋਰੀ ਥੋੜੀ ਜਿਹੀ ਅਲੱਗ ਆ। ਰੋਲਿੰਗ ਫ੍ਰਿਕਸ਼ਨ ਦੀ ਸਟੋਰੀ ਪਹਿਲੀ ਫ੍ਰਿਕਸ਼ਨ ਦੇ ਨਾਲ ਥੋੜੀ ਜਿਹੀ ਅਲੱਗ ਆ, ਇਹ ਵੀ ਦੱਸ ਦੇਣਾ ਮੈਂ ਤੁਹਾਨੂੰ। ਰੋਲਿੰਗ ਫ੍ਰਿਕਸ਼ਨ ਜਿਹੜਾ ਆ ਇਹ ਕਿੱਦਾਂ ਪ੍ਰੋਡਿਊਸ ਹੋਇਆ? ਆ ਮੰਨ ਲਓ ਵੀ ਕੋਈ ਬਾਡੀ ਆ, ਇਹ ਰੋਲ ਕਰ ਰਹੀ ਆ, ਘੁੰਮ ਰਹੀ ਆ, ਆ ਸਰਫੇਸ ਆ ਸਾਡੇ ਕੋਲ, ਸਰਫੇਸ ਤੇ ਘੁੰਮ ਰਹੀ ਆ, ਘੁੰਮ ਤਾਂ ਰਹੀ ਆ ਸਰਫੇਸ ਤੇ, ਪਰ ਐਕਚੁਅਲੀ ਚ ਕੀ ਹੁੰਦਾ, ਜੇ ਤਾਂ ਮੰਨ ਲਓ ਵੀ ਥੋੜਾ ਜਿਹਾ ਸਰਫੇਸ ਡਿਪਰੈਸ ਹੋ ਰਿਹਾ, ਯਾਨੀ ਕਿ ਆ ਚੀਜ਼ ਬਣ ਰਹੀ ਤੁਹਾਡੇ ਤਾਂ 100% ਰੋਲਿੰਗ ਫ੍ਰਿਕਸ਼ਨ ਬਹੁਤ ਅੱਛਾ ਹੋ ਰਿਹਾ। ਰੋਡ ਦੇ ਉੱਪਰ ਫ੍ਰਿਕਸ਼ਨ ਥੋੜਾ ਜਿਹਾ ਘੱਟ ਹੁੰਦਾ ਰੋਲਿੰਗ ਫ੍ਰਿਕਸ਼ਨ, ਔਰ ਜੇ ਕੱਚੇ ਰਸਤੇ ਤੇ ਜਾਓਗੇ ਤਾਂ ਉੱਥੇ ਤਾਂ ਬਹੁਤ ਜ਼ਿਆਦਾ ਹੋਊਗਾ। ਇੱਥੇ ਫ੍ਰਿਕਸ਼ਨ ਬੈਕਵਰਡ ਡਾਇਰੈਕਸ਼ਨ ਚ ਪ੍ਰੋਡਿਊਸ ਹੁੰਦਾ ਔਰ ਉਹਨੂੰ ਬੋਲਦੇ ਸੀ ਰੋਲਿੰਗ ਫ੍ਰਿਕਸ਼ਨ FR। ਮੈਂ ਇਹਨੂੰ FR ਲਿਖਤਾ, ਰੋਲਿੰਗ ਫ੍ਰਿਕਸ਼ਨ। ਸਵਾਲ ਕੀ ਆ ਵੀ ਇਹ ਜਿਹੜਾ ਵੀਲ ਆ ਜਿਹੜਾ ਘੁੰਮ ਰਿਹਾ, ਰੋਲ ਕਰ ਰਿਹਾ, ਇਹ ਰੋਲਸ, ਵੀਲ ਰੋਲ ਕਰ ਰਿਹਾ, ਘੁੰਮ ਰਿਹਾ, ਤਾਂ ਪਹਿਲੀ ਗੱਲ ਤੇ ਵੀ ਇਹਨੂੰ ਨਾਰਮਲ ਰਿਐਕਸ਼ਨ ਵੀਲ ਨੂੰ ਦੇਊਗਾ ਉੱਪਰ ਵੱਲ ਨੂੰ, ਇਹ ਸਰਫੇਸ ਇੱਥੋਂ ਨਾਰਮਲ ਰਿਐਕਸ਼ਨ R ਮਿਲੂਗੀ ਉੱਪਰ ਵੱਲ ਨੂੰ। ਔਰ ਤੁਹਾਨੂੰ ਪਤਾ ਹੀ ਆ ਵੀ ਫ੍ਰਿਕਸ਼ਨ ਜਿਹੜਾ ਸਾਰੇ ਦੇ ਸਾਰੇ, ਠੀਕ ਹੈ, ਦ ਰੋਲਿੰਗ ਫ੍ਰਿਕਸ਼ਨ, ਐਰੋ ਲਾ ਕੇ ਲਿਖ ਦੇਣਾ, ਦ ਰੋਲਿੰਗ ਫ੍ਰਿਕਸ਼ਨ, नंबर फर्स्ट लिखो FR डायरेक्टली प्रोपोर्शनल टू नॉर्मल रिएक्शन, यानी कि FR डायरेक्टली प्रोपोर्शनल टू कैपिटल R। ये पहली गल होगी। ये फर्स्ट थिंग इज नॉर्मल रिएक्शन दे डायरेक्टली प्रोपोर्शनल हुंदा। एक गल हुण देखो, जिहड़े असीं स्लाइडिंग फ्रिक्शन चो गल ही एक सी, ਉਹਦੇ ਵਿੱਚ ਗੱਲ ਹੀ ਇੱਕ ਸੀ ਵੀ FS इज ਜਾਂ ਆਪਾਂ ਸਟੈਟਿਕ ਸੌਰੀ ਆਪਾਂ ਉਹਨੂੰ ਕਾਈਨੈਟਿਕ ਫ੍ਰਿਕਸ਼ਨ ਬੋਲਿਆ ਸੀ, ਔਰ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ R। ਇੱਥੇ ਇੱਕ ਦੀ ਬਜਾਏ ਦੋ ਗੱਲਾਂ ਆ। ਦੂਸਰੀ ਕਿਹੜੀ?
ਮੰਨ ਲਓ ਕਿ ਇਹਦੀ ਰੇਡੀਅਸ ਹੈਗੀ ਆ ਸਮਾਲ r। ਮੰਨ ਲਓ ਵੀ ਜਿਹੜਾ ਵੀਲ ਰੋਲ ਕਰ ਰਿਹਾ ਉਹਦੀ ਰੇਡੀਅਸ ਕਿੰਨੀ ਆ ਪੁੱਤਰੋ, ਸਮਾਲ r। ਜੇ ਰੇਡੀਅਸ ਸਮਾਲ r ਆ ਤਾਂ ਬੇਟਾ ਸੈਕਿੰਡ ਗੱਲ ਲਿਖ ਲਿਓ ਕਿ FR is inversely proportional to radius of the wheel। ਇਹ ਗੱਲ ਦਾ ਖਾਸ ਖਿਆਲ ਰੱਖਿਓ। ਮਤਲਬ ਜਿਹੜੇ ਵੀਲ ਦੀ ਰੇਡੀਅਸ ਜ਼ਿਆਦਾ ਹੁੰਦੀ ਆ ਉਹਦੇ ਵਿੱਚ ਫ੍ਰਿਕਸ਼ਨ ਘੱਟ ਲੱਗਦਾ, ਜਿਹੜੇ ਵੀਲ ਦੀ ਰੇਡੀਅਸ ਘੱਟ ਹੁੰਦੀ ਆ ਉਹ ਚ ਫ੍ਰਿਕਸ਼ਨ ਜ਼ਿਆਦਾ ਲੱਗਦਾ। ਗੱਲ ਸਮਝਿਓ ਧਿਆਨ ਦੇ ਨਾਲ। ਉਹ ਸਾਰੇ ਵਹੀਕਲ ਜਿਨ੍ਹਾਂ ਦੇ ਟਾਇਰ ਵੱਡੇ ਹੁੰਦੇ ਆ ਉਹਨਾਂ ਦਾ ਫ੍ਰਿਕਸ਼ਨ ਦੀ ਵੈਲਿਊ ਹਮੇਸ਼ਾ ਘੱਟ ਹੁੰਦੀ ਆ, ਜਿਨ੍ਹਾਂ ਦੇ ਟਾਇਰ ਛੋਟੇ ਸਾਈਜ਼ ਦੇ ਹੁੰਦੇ ਆ ਯਾਨੀ ਕਿ ਰੇਡੀਅਸ ਘੱਟ ਹੁੰਦੀ ਆ ਉਹ ਹਮੇਸ਼ਾ ਜ਼ਿਆਦਾ ਫ੍ਰਿਕਸ਼ਨ ਪ੍ਰੋਡਿਊਸ ਕਰਦੇ ਆ। ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਹਾਂਜੀ ਸਰ। ਹਾਂ, ਇਹਨੂੰ ਇਕੁਏਸ਼ਨ ਨੰਬਰ 1 ਇਹਨੂੰ ਇਕੁਏਸ਼ਨ ਨੰਬਰ 2 ਕੰਬਾਈਨ ਕਰ ਦਿਓ। ਕੰਬਾਈਨਿੰਗ ਜਦੋਂ ਮੈਂ ਕੰਬਾਈਨ ਕੀਤਾ ਤਾਂ FR directly proportional to capital R upon small r। FR is equal to, ਇੱਥੇ ਮੈਂ mu r ਲਿਖਤਾ, ਇਹਦਾ ਰੋਲਿੰਗ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਹੀ ਅਲੱਗ ਆ। ਰੋਲਿੰਗ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਹੀ ਅਲੱਗ ਆ। FR is equal to mu r into capital R upon small r। ਇਹ ਸਾਡੇ ਕੋਲੇ ਰੋਲਿੰਗ ਫ੍ਰਿਕਸ਼ਨ ਲਿਖ ਦਿਓ। here mu r is coefficient of rolling friction। here mu r is coefficient of rolling friction। ਔਰ coefficient of rolling friction ਜਿਹੜਾ ਆ ਇਹ ਜਿਹੜਾ ਸਲਾਈਡਿੰਗ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਯਾਨੀ ਕਿ ਸਟੈਟਿਕ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਤੇ ਕਾਈਨੈਟਿਕ ਫ੍ਰਿਕਸ਼ਨ ਦੇ ਕੋਐਫੀਸ਼ੀਐਂਟ ਤੋਂ ਅਲੱਗ ਆ, ਉਹ ਤੋਂ ਡਿਫਰੈਂਟ ਆ। ਠੀਕ ਹੈ ਨਾ? ਉਹਦੀ ਯੂਨਿਟ ਹੈ ਨਹੀਂ ਸੀ, ਇਹਦੀ ਯੂਨਿਟ ਵੀ ਹੈਗੀ ਆ। ਇਹ ਵੀ ਦੱਸ ਦੇਣਾ ਤੁਹਾਨੂੰ। ਜਿਹੜਾ ਤਾਂ ਸਟੈਟਿਕ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਸੀ, ਜਿਹੜਾ ਕਾਈਨੈਟਿਕ ਫ੍ਰਿਕਸ਼ਨ ਦਾ ਕੋਐਫੀਸ਼ੀਐਂਟ ਸੀ, ਬੋਥ ਵਾਰ ਯੂਨਿਟਲੈਸ ਐਂਡ ਡਾਈਮੈਂਸ਼ਨਲੈਸ। ਉਹਨਾਂ ਦੀ ਨਾ ਕੋਈ ਯੂਨਿਟ ਸੀ ਨਾ ਕੋਈ ਡਾਈਮੈਂਸ਼ਨ ਸੀ। ਕਿਵੇਂ? ਮੈਂ ਮਾੜਾ ਜਿਹਾ ਦੱਸਦਾ ਤੁਹਾਨੂੰ। ਜਿੱਦਾਂ FS ਲਿਖਿਆ ਸੀ is equal to mu SR, ਤੇ ਜੇ ਮੈਂ mu S ਦੀ ਵੈਲਿਊ ਲਿਖਾਂ FS upon R। ਹੁਣ FS ਵੀ ਫੋਰਸ ਤੇ R ਨਾਰਮਲ ਡਾਇਰੈਕਸ਼ਨ ਵੀ ਫੋਰਸ, ਤੇ ਫੋਰਸ ਅਪਨ ਫੋਰਸ ਨਿਊਟਨ ਨਾਲ ਨਿਊਟਨ ਕੈਂਸਲ। ਤਾਂ ਜਿਹੜਾ mu S, ਇਹ ਗੱਲ ਐਰੋ ਲਾ ਕੇ ਨੋਟ ਕਰ ਲਿਓ, mu S ਐਂਡ mu K ਇਹਨਾਂ ਨੂੰ ਏਦਾਂ ਐਰੋ ਲਾ ਕੇ ਲਿਖ ਲਿਓ, ਯੂਨਿਟ ਲੈਸ ਐਂਡ ਡਾਈਮੈਂਸ਼ਨਲੈਸ। ਯੂਨਿਟ ਲੈਸ ਐਂਡ ਡਾਈਮੈਂਸ਼ਨਲੈਸ, ਇਹ ਗੱਲ ਲਿਖ ਲਿਓ। ਜਿਹੜੇ mu S ਤੇ mu K ਆ ਉਹ ਯੂਨਿਟ ਲੈਸ ਤੇ ਡਾਈਮੈਂਸ਼ਨ ਲੈਸ ਆ। ਜਦੋਂ ਕਿ ਆਹ ਚੀਜ਼ ਲਿਖੀ ਆਪਾਂ ਕੋਐਫੀਸ਼ੀਐਂਟ ਆਫ ਰੋਲਿੰਗ ਫ੍ਰਿਕਸ਼ਨ, ਇਹ ਬੇਟਾ ਯੂਨਿਟ ਲੈਸ ਨਹੀਂ ਆ, ਡਾਈਮੈਂਸ਼ਨ ਲੈਸ ਵੀ ਨਹੀਂ। mu r ਦੀ ਵੈਲਿਊ ਜੇ ਮੈਂ ਫਾਈਂਡ ਕਰਾਂ ਤੇ ਮੇਰੇ ਕੋਲ ਆਉਂਦੀ FR into small r upon capital R। ਆ ਦੋਨੋਂ ਤਾਂ ਹੈਗੇ ਫੋਰਸ, ਯਾਨੀ ਕਿ FR ਹੋ ਗਿਆ ਰੋਲਿੰਗ ਫ੍ਰਿਕਸ਼ਨ, ਫੋਰਸ ਹੋ ਗਿਆ। ਕੈਪੀਟਲ R ਨਾਰਮਲ ਡਾਇਰੈਕਸ਼ਨ, ਇਹ ਵੀ ਫੋਰਸ ਹੋ ਗਿਆ, ਫੋਰਸ ਨਾਲ ਫੋਰਸ ਕੈਂਸਲ। mu r ਦੀ ਯੂਨਿਟ ਹੁੰਦੀ ਮੀਟਰ ਚ, ਯਾਨੀ ਕਿ ਇਹ ਰੇਡੀਅਸ ਆ। ਠੀਕ ਹੈ? ਤਾਂ mu r ਦੀ ਜਿਹੜੀ ਯੂਨਿਟ ਆ ਇਹਦੀ SI ਯੂਨਿਟ ਕੀ ਬਣੀ? ਇਹਦੀ SI ਯੂਨਿਟ ਬਣੀ ਮੀਟਰ, ਔਰ ਇਹਦੀ ਡਾਈਮੈਂਸ਼ਨ ਬਣੀ L1। ਇਹਦੀ ਡਾਈਮੈਂਸ਼ਨ ਬਣੀ ਲੈਂਥ ਦੀ ਪਾਵਰ 1। ਇਹ ਖਾਸ ਖਿਆਲ ਕਰ ਲਿਓ। ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਪਰ ਇੱਕ ਗੱਲ ਖਾਸ ਖਿਆਲ ਕਰਿਓ, ਇਹ ਇਕੁਏਸ਼ਨ ਉਦੋਂ ਹੋਲਡ ਕਰਦੀ ਆ ਜਦੋਂ ਪਿਓਰ ਰੋਲਿੰਗ ਹੁੰਦੀ ਹੋਵੇ। ਹੁਣ ਪਿਓਰ ਰੋਲਿੰਗ ਆਪਣਾ ਟੌਪਿਕ ਆਉਣ ਵਾਲਾ ਰੋਟੇਸ਼ਨ ਦੇ ਵਿੱਚ ਕਰਾਂਗੇ ਆਪਾਂ। ਠੀਕ ਹੈ? ਲਿਖ ਦਿਓ, this equation is applicable for pure rolling only। for pure rolling। ਪਿਓਰ ਰੋਲਿੰਗ ਦਾ ਮਤਲਬ ਜਦੋਂ ਰੋਲ ਕਰ ਰਹੀ ਬਾਡੀ ਨੂੰ ਸਲਿੱਪ ਨਹੀਂ ਕਰਨੀ ਚਾਹੀਦੀ। ਪਿਓਰ ਰੋਲ ਦਾ ਮਤਲਬ ਕੀ ਹੁੰਦਾ? ਵੀ ਬਾਡੀ ਦੇ ਟਾਇਰ ਸਲਿੱਪ ਨਹੀਂ ਕਰਨੇ ਚਾਹੀਦੇ, ਲਗਾਤਾਰ ਰੋਲ ਹੀ ਚੱਲਣੀ ਚਾਹੀਦੀ ਆ। ਇਹ ਨਹੀਂ ਵੀ ਇੱਕ ਹੀ ਥਾਂ ਤੇ ਉਹ ਘੁੰਮੀ ਜਾਂਦੀ ਆ ਔਰ ਕਦੇ ਸਲਿੱਪ ਰੜ ਜਾਂਦੀ ਆ ਕਦੇ ਘੁੰਮ ਜਾਂਦੀ ਆ, ਉੱਥੇ ਇਦਾਂ ਨਹੀਂ। ਇੱਕ ਕਾਂਸਟੈਂਟ ਰੇਟ ਤੇ ਲਗਾਤਾਰ ਵਿਦਆਊਟ ਸਲਿੱਪਿੰਗ ਰੋਲ ਹੋਣਾ ਚਾਹੀਦਾ। ਇਦਾਂ ਦੇ ਰੋਲ ਨੂੰ ਬੋਲਦੇ ਪਿਓਰ ਰੋਲ। ਤਾਂ ਇਹ ਇਕੁਏਸ਼ਨ, ਠੀਕ ਆ, ਦਿਸ ਇਜ਼ ਐਪਲੀਕੇਬਲ ਓਨਲੀ ਫॉर ਪਿਓਰ ਰੋਲਿੰਗ। ਇਸ ਦਾ ਖਾਸ ਖਿਆਲ ਰੱਖਿਓ। ਇਹ ਸਾਡਾ ਰੋਲਿੰਗ ਫ੍ਰਿਕਸ਼ਨ ਸੀ ਔਰ ਮੈਨੂੰ ਪੂਰੀ ਉਮੀਦ ਆ ਬੇਟਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛਾ ਲੱਗਿਆ ਔਰ ਸਮਝ ਵੀ ਆਇਆ। ਆਇਆ ਕਿ ਨਹੀਂ ਆਇਆ? ਹਾਂਜੀ ਸਰ। ਤਾਂ ਕੱਲ ਆਪਾਂ
ਫ੍ਰਿਕਸ਼ਨ ਦੇ ਵਿੱਚ ਜਿਹੜੀ ਅਗਲਾ ਟਾਪਿਕ ਹੈ ਸਾਡਾ ਉਹ ਐਂਗਲ ਆਫ ਫ੍ਰਿਕਸ਼ਨ ਐਂਡ ਐਂਗਲ ਆਫ ਰੀਪੋਜ਼ ਦੀ ਸਟੱਡੀ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਵੀ ਗੱਲਾਂ ਕਰਾਂਗੇ। ਠੀਕ ਹੈ।